ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਤੇ। ਸੋ ਹਾਜ਼ਰ ਹਾਂ ਆਪਾਂ ਅੱਜ ਫਿਰ ਇੱਕ ਵਾਰ ਕੋਈ ਨਵੀਂ ਵਿਚਾਰ, ਕੋਈ ਨਵਾਂ ਵਿਸ਼ਾ ਲੈ ਕੇ। ਅੱਜ ਮੈਂ ਆਪ ਜੀ ਨਾਲ ਨਾਰੀਅਲ ਦੇ ਵਿਸ਼ੇ 'ਚ ਆਪਾਂ ਵਿਚਾਰ ਕਰਾਂਗੇ। ਅੱਜ ਬਚਪਨ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਜਦੋਂ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਪਾਠ ਰੱਖਿਆ ਜਾਂਦਾ ਹੈ ਜਾਂ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਹੈ ਤਾਂ ਨਾਲ ਭਾਈ ਜੀ ਨਾਰੀਅਲ ਰੱਖਦੇ ਨੇ, ਲਾਲ ਕੱਪੜੇ ਵਿੱਚ ਲਪੇਟ ਕੇ, ਕੁਝ ਪੈਸੇ ਬੰਨ੍ਹ ਕੇ, ਕਈ ਹੋਰ ਜੋ ਵੀ ਕਿਸੇ ਦਾ ਰੀਤੀ ਰਿਵਾਜ ਹੈ ਉਸ ਹਿਸਾਬ ਦੇ ਨਾਲ ਨਾਰੀਅਲ ਰੱਖਿਆ ਜਾਂਦਾ ਹੈ, ਜਿਹਨੂੰ ਕੁੰਭ ਕਹਿੰਦੇ ਨੇ। ਸੋ ਅੱਜ ਆਪਾਂ ਵਿਚਾਰ ਕਰਾਂਗੇ ਇਹ ਨਾਰੀਅਲ ਰੱਖਣਾ ਕੀ ਗੁਰਮਤ ਹੈ ਜਾਂ ਮਨਮਤ ਹੈ, ਕਿ ਗੁਰੂ ਦੀ ਮੱਤ ਅਨੁਸਾਰ ਇਹ ਚੀਜ਼ ਪ੍ਰਵਾਨ ਹੈ, ਕਿ ਇਹ ਮਰਿਆਦਾ ਗੁਰੂ ਸਾਹਿਬਾਨ ਨੇ ਬਣਾਈ ਹੈ ਜਾਂ ਕਿਸੇ ਗੁਰੂ ਸਾਹਿਬਾਨਾਂ ਦੇ ਜੋ ਸਮਕਾਲੀ ਸਨ ਉਹਨਾਂ ਦੀ ਲੇਖਣੀ ਵਿੱਚ ਜਾਂ ਉਹਨਾਂ ਦੀਆਂ ਕਵਿਤਾਵਾਂ ਵਿੱਚ ਜਾਂ ਉਹਨਾਂ ਦੀਆਂ ਰਚਨਾਵਾਂ ਵਿੱਚ ਇਸ ਚੀਜ਼ ਦਾ ਕਿਤੇ ਜ਼ਿਕਰ ਆਉਂਦਾ ਹੈ ਜਾਂ ਨਹੀਂ ਨਾਰੀਅਲ ਰੱਖਣ ਦਾ। ਕਿਉਂਕਿ ਆਮ ਇੱਕ ਗੱਲ ਆਪਾਂ ਸੁਣਦੇ ਹਾਂ ਉਹਨਾਂ ਲੋਕਾਂ ਕੋਲੋਂ ਜਿਹੜੇ ਇਸ ਨਾਰੀਅਲ ਦੀ ਪ੍ਰਥਾ ਨੂੰ ਮੰਨਦੇ ਨੇ, ਉਹਨਾਂ ਦਾ ਇਹ ਮੰਨਣਾ ਹੈ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰਤਾ ਗੱਦੀ ਅੱਗੇ ਜਦੋਂ ਵੀ ਦਿੱਤੀ ਹੈ, ਟਰਾਂਸਫਰ ਕੀਤੀ ਹੈ, ਤਾਂ ਉਹਨਾਂ ਨੇ 5 ਪੈਸੇ ਅਤੇ ਨਾਰੀਅਲ ਰੱਖ ਕੇ ਇਹ ਰਸਮ ਅਦਾ ਕੀਤੀ। ਅਤੇ ਅੱਜ ਆਪਾਂ ਇਹੀ ਵਿਚਾਰਾਂਗੇ ਕਿ ਇਹ ਜੋ ਰਸਮ ਹੈ ਇਹਦਾ ਕਿਤੇ ਜ਼ਿਕਰ ਆਉਂਦਾ ਹੈ। ਇਹ ਵਿਸ਼ਾ ਇੱਕ ਵਿਚਾਰਨ ਵਾਲਾ ਹੈ ਕਿਉਂਕਿ ਅੱਜ ਤੱਕ ਅਸੀਂ ਵੀ ਬਚਪਨ ਤੋਂ ਦੇਖਦੇ ਆ ਰਹੇ ਹਾਂ, ਸ਼ਾਇਦ ਸਾਡੇ ਬਾਪ ਦਾਦੇ ਵੀ ਦੇਖਦੇ ਆ ਰਹੇ ਹੋਣਗੇ ਕਿ ਨਾਰੀਅਲ ਚੱਲਿਆ ਆ ਰਿਹਾ ਹੈ ਅਖੰਡ ਪਾਠ ਸਾਹਿਬ ਵਿੱਚ ਰੱਖਣਾ। ਬਹੁਤ ਸਾਰੀਆਂ ਸੰਪਰਦਾਵਾਂ ਐਸੀਆਂ ਵੀ ਨੇ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀਆਂ ਅਤੇ ਬਹੁਤ ਸਾਰੀਆਂ ਮੰਨਦੀਆਂ ਨੇ। ਜੇ ਮੰਨਦੀਆਂ ਨੇ ਤਾਂ ਕਿਉਂ ਮੰਨਦੀਆਂ ਨੇ, ਜਿਹੜੀਆਂ ਨਹੀਂ ਮੰਨਦੀਆਂ ਉਹ ਕਿਉਂ ਨਹੀਂ ਮੰਨਦੀਆਂ, ਆਪਾਂ ਇਸ ਚੀਜ਼ 'ਤੇ ਅੱਜ ਵਿਚਾਰ ਕਰਾਂਗੇ। ਵਿਚਾਰ ਕਰਨ ਤੋਂ ਬਾਅਦ ਫੈਸਲਾ ਤੁਸੀਂ ਖੁਦ ਕਰ ਸਕਦੇ ਹੋ ਕਿ ਆਪਾਂ ਨੂੰ ਇਹ ਚੀਜ਼ ਰੱਖਣੀ ਚਾਹੀਦੀ ਹੈ ਜਾਂ ਨਹੀਂ ਰੱਖਣੀ ਚਾਹੀਦੀ। ਇੱਕ ਗੱਲ ਪਹਿਲਾਂ ਮੈਂ ਕਲੀਅਰ ਕਰ ਦਿੰਦਾ ਕਿ ਸਿੱਖ ਧਰਮ ਵਿੱਚ ਜਿੰਨੀਆਂ ਵੀ ਲਿਖਤਾਂ ਮਿਲਦੀਆਂ ਨੇ, ਇਤਿਹਾਸਕ ਸਰੋਤ ਮਿਲਦੇ ਨੇ, ਇਹ ਗੱਲ 101% ਕਲੀਅਰ ਹੈ, ਸਾਫ਼ ਹੈ। ਜੋ ਇਤਿਹਾਸ ਹੈ, ਜੋ ਇਤਿਹਾਸਿਕ ਸਰੋਤ ਨੇ, ਇਹਨਾਂ ਦੇ ਵਿੱਚ ਮਿਲਾਵਟ ਬਹੁਤ ਜ਼ਿਆਦਾ ਹੋਈ ਹੈ। ਬ੍ਰਾਹਮਣਵਾਦ ਦੀ ਮਿਲਾਵਟ ਤਾਂ ਹੱਦ ਤੋਂ ਜ਼ਿਆਦਾ ਹੋਈ ਹੈ। ਇਹਨਾਂ ਦੇ ਵਿੱਚ ਮਿਲਾਵਟ ਕੀਤੀ ਗਈ ਹੈ। ਚਾਹੇ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਨੇ, ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਾ ਕੇ ਕੁਝ ਨਾ ਕੁਝ ਮਿਲਾਵਟ ਕੀਤੀ ਗਈ ਹੈ। ਜੋ ਨਾਰੀਅਲ ਹੈ, ਜਿਸ ਨੂੰ ਲਲੇਰ ਵੀ ਕਹਿ ਦਿੰਦੇ ਨੇ, ਵੈਸੇ ਇਸ ਦਾ ਪੁਰਾਤਨ ਗ੍ਰੰਥਾਂ ਦੇ ਵਿੱਚ ਜੋ ਨਾਮ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਹੈ ਨਲੀ ਏਰ। ਨਲੀ ਏਰ ਅਤੇ ਨਲੀ ਏਰ ਦਾ ਹੀ ਆਪਾਂ ਸ਼ਾਰਟਕੱਟ ਫਿਰ ਲਲੇਰ ਰੱਖ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਜਦੋਂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾਇਆ ਹੈ, ਗੱਦੀ 'ਤੇ ਵਿਰਾਜਮਾਨ ਕੀਤੇ ਨੇ, ਤਾਂ ਉਸ ਸਮੇਂ ਭਾਈ ਗੁਰਦਾਸ ਜੀ ਉਹਨਾਂ ਦੀਆਂ ਵਾਰਾਂ ਵਿੱਚ ਇਹੋ ਜਿਹਾ ਕੋਈ ਜ਼ਿਕਰ ਨਹੀਂ ਆਉਂਦਾ। ਉਹ ਗੱਲ ਜ਼ਰੂਰ ਕਰਦੇ ਨੇ ਕਿ ਜੋਤ ਟਿਕਾਈ ਹੈ ਲਹਿਣਾ ਜੀ ਵਿੱਚ। ਉਹ ਇਸ ਦੇ ਬਾਬਤ ਜ਼ਰੂਰ ਗੱਲ ਕਰਦੇ ਨੇ ਕਿ ਜੋਤ ਲਹਿਣਾ ਜੀ ਵਿੱਚ ਟਿਕਾਈ ਹੈ, ਕਿਸ ਤਰ੍ਹਾਂ ਇਹ ਵਰਤਾਰਾ ਵਰਤਿਆ, ਪਰ ਉਹ ਕਿਤੇ ਵੀ ਨਾਰੀਅਲ ਦਾ ਜ਼ਿਕਰ ਨਹੀਂ ਕਰਦੇ ਭਾਈ ਗੁਰਦਾਸ ਜੀ। ਕਿਉਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੱਡੇ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਕਿਉਂਕਿ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੀ ਰਹੇ ਨੇ। ਅਤੇ ਦੂਸਰਾ ਬਾਬਾ ਬੁੱਢਾ ਜੀ, ਜੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 6ਵੀਂ ਪਾਤਸ਼ਾਹੀ ਤੱਕ ਆਪਣੇ ਹੱਥੀਂ ਸਾਰੀ ਰਸਮ ਕਰਦੇ ਨੇ ਗੁਰਤਾ ਗੱਦੀ ਦੀ। ਉਹਨਾਂ ਦੀ ਮੌਜੂਦਗੀ ਵਿੱਚ ਹਰ ਇੱਕ ਰਸਮ ਹੋਈ ਹੈ 6ਵੀਂ ਪਾਤਸ਼ਾਹੀ ਤੱਕ। ਅਤੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੇ ਕਾਫੀ ਸਮਾਂ ਇਕੱਠਿਆਂ ਨੇ ਵੀ ਬਤੀਤ ਕੀਤਾ ਹੈ, ਇਕੱਠਿਆਂ ਨੇ ਵੀ ਕਾਫੀ ਸਮਾਂ ਲੰਘਾਇਆ ਹੈ। ਅਤੇ ਭਾਈ ਗੁਰਦਾਸ ਜੀ ਨੇ ਪਹਿਲੀ ਪਾਤਸ਼ਾਹੀ ਤੋਂ ਦੂਜੀ ਪਾਤਸ਼ਾਹੀ ਦੀ ਜੋ ਗੁਰਤਾ ਗੱਦੀ ਦੇਣ ਦੀ ਰਸਮ ਸੀ, ਉਹ ਜ਼ਰੂਰ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਦੱਸੀ ਹੋਵੇਗੀ ਵੀ ਕਿਸ ਤਰ੍ਹਾਂ ਰਸਮ ਦਿੱਤੀ, ਕਿਸ ਤਰ੍ਹਾਂ ਰਸਮ ਕੀਤੀ, ਕਿਸ ਤਰ੍ਹਾਂ ਜੋਤ ਅਗਲੇ ਸਰੀਰ ਵਿੱਚ ਨਿਵਾਸ ਕਰਦੀ ਹੈ, ਤਾਂ ਉਹਨੇ ਜ਼ਰੂਰ ਦੱਸੀ ਹੋਵੇਗੀ। ਜਦੋਂ ਕਰਤਾਰਪੁਰ ਸਾਹਿਬ ਗੁਰਤਾ ਗੱਦੀ ਦਿੱਤੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੂਜੇ ਪਾਤਸ਼ਾਹ ਨੂੰ, ਤਾਂ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਜ਼ਿਕਰ ਕਰਦੇ ਨੇ
ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵ ਦੇ, ਗੁਰਿਆਈ ਸਿਰ ਛਤਰ ਫਰਾਇਆ। ਜੋਤੀ ਜੋਤ ਮਿਲਾਈ ਕੈ, ਸਤਿਗੁਰ ਨਾਨਕ ਰੂਪ ਬਟਾਇਆ। ਲੱਖ ਨਾ ਕੋਈ ਸਕਈ। ਹੁਣ ਆਹ ਪੰਕਤੀ ਨੂੰ ਧਿਆਨ ਨਾਲ ਸੁਣਿਓ। ਲੱਖ ਨਾ ਕੋਈ ਸਕਈ, ਅਚਰਜੇ ਅਚਰਜ ਦਿਖਾਇਆ। ਹੁਣ ਇਹ ਪੰਕਤੀ ਬੜੀ ਧਿਆਨ ਨਾਲ ਸਮਝਣ ਵਾਲੀ ਹੈ। ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਕਿ ਲੱਖ ਨਾ ਕੋਈ ਸਕਈ, ਭਾਵ ਕੋਈ ਲਿਖ ਨਹੀਂ ਸਕਦਾ, ਭਾਵ ਕੋਈ ਬਿਆਨ ਨਹੀਂ ਕਰ ਸਕਦਾ, ਕੋਈ ਦੱਸ ਨਹੀਂ ਸਕਦਾ ਕਿ ਇਹ ਰਸਮ, ਇਹ ਰੀਤ ਗੁਰਤਾ ਗੱਦੀ ਦੇਣ ਦੀ ਕਿਸ ਤਰ੍ਹਾਂ ਹੋਈ ਹੈ, ਕਿਸ ਤਰ੍ਹਾਂ ਇਹ ਪੂਰੀ ਹੋਈ ਹੈ। ਕਿਉਂ? ਅਚਰਜ ਅਚਰਜੇ ਦਿਖਾਇਆ। ਇਹ ਸਾਰੀ ਇੱਕ ਅੰਦਰ ਦੀ ਖੇਡ ਸੀ। ਜੋਤ ਟਰਾਂਸਫਰ ਕੀਤੀ ਹੈ, ਜੋਤ ਦੂਸਰੇ ਸਰੀਰ ਵਿੱਚ ਰੱਖੀ ਹੈ ਭਾਈ ਲਹਿਣਾ ਜੀ ਦੇ ਵਿੱਚ। ਕਾਇਆ ਪਲਟ ਸਰੂਪ ਬਣਾਇਆ। ਹੁਣ ਇਸ ਪੂਰੀ ਵਾਰ ਦੇ ਵਿੱਚ, ਇਹਨਾਂ ਪੰਕਤੀਆਂ ਦੇ ਵਿੱਚ ਕਿਤੇ ਵੀ ਭਾਈ ਗੁਰਦਾਸ ਜੀ ਇਹ ਜ਼ਿਕਰ ਨਹੀਂ ਕਰਦੇ ਕਿ ਨਾਰੀਅਲ ਰੱਖ ਕੇ ਜਾਂ ਪੈਸੇ ਰੱਖ ਕੇ ਗੁਰੂ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ। ਉਹ ਦੱਸਦੇ ਨੇ ਕਿ ਇਹ ਇੱਕ ਅੰਦਰ ਦੀ ਖੇਡ ਸੀ, ਇਹ ਜੋਤ ਟਰਾਂਸਫਰ ਕਰਨ ਦਾ ਇੱਕ ਸਿਲਸਿਲਾ ਸੀ ਅਤੇ ਇਸ ਨੂੰ ਲਿਖਿਆ ਨਹੀਂ ਜਾ ਸਕਦਾ, ਇਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਤਿਹਾਸਕ ਸਰੋਤਾਂ ਨੂੰ ਆਪਾਂ ਦੇਖੀਏ ਤਾਂ ਜੋ ਗੁਰੂ ਮਹਾਰਾਜ ਦੇ ਸਮਕਾਲੀ ਲਿਖਤਾਂ ਨੇ, ਜੋ ਗੁਰੂ ਮਹਾਰਾਜ ਦੀਆਂ ਸਮਕਾਲੀ ਲਿਖਤਾਂ ਨੇ, ਉਹਨਾਂ ਦੇ ਵਿੱਚ ਕਿਤੇ ਵੀ ਨਾਰੀਅਲ ਰੱਖ ਕੇ ਗੁਰਤਾ ਗੱਦੀ ਦੇਣ ਦਾ ਜ਼ਿਕਰ ਨਹੀਂ ਆਉਂਦਾ। ਜਿਹੜਾ ਨਾਰੀਅਲ ਦਾ ਜ਼ਿਕਰ ਆਉਂਦਾ ਹੈ ਇਹ ਤਾਂ 18ਵੀਂ ਸਦੀ ਵਿੱਚ ਜਾ ਕੇ ਨਾਰੀਅਲ ਦਾ ਜ਼ਿਕਰ ਆਇਆ ਹੈ। ਉਹ ਕਿਸ ਤਰ੍ਹਾਂ? ਨਿਰਮਲੇ ਸੰਤ ਜਿਨ੍ਹਾਂ ਨੇ 18ਵੀਂ ਸਦੀ ਵਿੱਚ ਬਹੁਤ ਇੱਕ ਵੱਡੀ, ਬਹੁਤ ਇੱਕ ਮਹਾਨ ਕਿਰਦਾਰ ਨਿਭਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਜਦੋਂ ਇਹਨਾਂ ਦੇ ਵਿੱਚ ਵੀ ਅਗਾਂਹ ਜਾ ਕੇ ਕੁਝ ਕੁ ਨਿਰਮਲੇ ਸੰਤਾਂ ਦੇ ਵਿੱਚ, ਸਾਰੇ ਨਹੀਂ, ਇਹਨਾਂ ਨੇ ਬਹੁਤ ਹੀ ਦਿਲੋਂ ਤੇ ਬਹੁਤ ਹੀ ਗੁਰਮਤਿ ਦਾ ਵਧੀਆ ਤਰੀਕੇ ਨਾਲ ਉਸ ਸਮੇਂ ਪ੍ਰਚਾਰ ਕੀਤਾ। ਪਰ ਜਦੋਂ ਇਹਨਾਂ ਦੇ ਵਿੱਚ ਵੀ ਕੁਝ ਗਿਰਾਵਟ ਆਉਣੀ ਸ਼ੁਰੂ ਹੋਈ ਤਾਂ ਉਸ ਗਿਰਾਵਟ ਦੇ ਵਿੱਚ ਫਿਰ ਬ੍ਰਾਹਮਣਵਾਦ ਦੀਆਂ ਰਸਮਾਂ ਐਡ ਹੋਈਆਂ। ਜੋ ਵੀ ਇਹ ਰਸਮਾਂ ਸਨ ਹਿੰਦੂਆਂ ਵਾਲੀਆਂ, ਵਿਪਰ ਦੀ ਜੋ ਰੀਤ ਸੀ, ਜੋ ਨਿਰਮਲੇ ਅਗਾਂਹ ਸੰਤ ਸਨ, ਉਹਨਾਂ ਨੇ ਇਹ ਰਸਮਾਂ ਅਡੋਪਟ ਕਰ ਲਈਆਂ ਅਤੇ ਸਮਾਜ ਵਿੱਚ ਪ੍ਰਚਲਿਤ ਕਰ ਦਿੱਤੀਆਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਸਮਕਾਲੀ ਜਾਂ ਉਹਨਾਂ ਤੋਂ ਪਹਿਲਾਂ ਪਾਤਸ਼ਾਹੀਆਂ ਦੇ ਕਿਤੇ ਵੀ ਇਸ ਤਰ੍ਹਾਂ ਦਾ ਜ਼ਿਕਰ ਦੇਖਣ ਨੂੰ ਨਹੀਂ ਮਿਲਦਾ ਕਿ ਲਲੇਰ, ਨਾਰੀਅਲ ਜਾਂ ਪੈਸੇ ਰੱਖ ਕੇ ਗੁਰਤਾ ਗੱਦੀ ਦਾ ਜ਼ਿਕਰ ਕੀਤਾ। ਹੁਣ ਇੱਕ ਵੈਸੇ ਵੀ ਆਪਾਂ ਜੇ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਬ ਇਹ ਕਰੇ ਪਿਪਰਨ ਕੀ ਰੀਤ, ਮੈਂ ਨਾ ਕਰੂੰ ਤਿਨਕੀ ਪ੍ਰਤੀਤ, ਇਨਕੀ ਪ੍ਰਤੀਤ। ਹੁਣ ਇਸ ਦਾ ਕੀ ਭਾਵ ਹੈ ਅਤੇ ਜਿਹੜੀ ਵਿਪਰਨ ਦੀ ਰੀਤ ਉਹ ਕਿਹੜੀ ਹੈ? ਹੁਣ ਨਾਰੀਅਲ ਰੱਖਣੇ, ਕਲਸ਼ ਰੱਖਣੇ ਜਾਂ ਹੋਰ ਵੀ ਜੋ ਕਰਮ ਕਾਂਡ ਆਪਾਂ ਦੇਖਦੇ ਹਾਂ ਬ੍ਰਾਹਮਣਵਾਦ ਵਿੱਚ, ਇਹ ਸਾਰੀ ਵਿਪਰਨ ਦੀ ਰੀਤ ਹੈ। ਅਤੇ ਮਹਾਰਾਜ ਤਾਂ ਆਪ ਕਹਿ ਗਏ ਨੇ ਕਿ ਜਿਹੜਾ ਮੇਰਾ ਖਾਲਸਾ ਵਿਪਰਨ ਦੀ ਰੀਤ ਕਰੇਗਾ, ਇਹਨਾਂ ਬ੍ਰਾਹਮਣਵਾਦ ਵਾਲੇ ਸਾਰੇ ਕਰਮ ਕਾਂਡ ਕਰੇਗਾ, ਉਹ ਮੇਰਾ ਖਾਲਸਾ ਨਹੀਂ ਹੋ ਸਕਦਾ। ਅਤੇ ਆਪਾਂ ਅੱਜ ਤੱਕ ਫਿਰ ਵੀ ਇਹਨਾਂ ਗੱਲਾਂ 'ਤੇ ਅੜੇ ਹੋਏ ਹਾਂ ਕਿ ਗੁਰੂ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ 5 ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ ਦਿੱਤੀ। ਇਹ ਗੱਲਾਂ ਕਿੱਥੋਂ ਆਈਆਂ ਅਸਲ ਵਿੱਚ? ਦੇਖੋ, ਇਤਿਹਾਸ ਮੈਂ ਫਿਰ ਦੱਸਾਂ, ਇਤਿਹਾਸ ਵਿੱਚ ਬਹੁਤ ਜ਼ਿਆਦਾ ਮਿਲਾਵਟ ਹੋਈ ਹੈ। ਬ੍ਰਾਹਮਣਵਾਦ ਨੇ ਬਹੁਤ ਜ਼ਿਆਦਾ ਮਿਲਾਵਟ ਕੀਤੀ ਹੈ। ਚੰਗੇ ਚੰਗੇ ਲਿਖਾਰੀਆਂ ਦੀਆਂ ਜੋ ਲਿਖਤਾਂ ਸਨ, ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਮਿਲਾਵਟ ਹੋਈ ਹੈ। ਅਤੇ ਇਹ ਇਸ ਤਰੀਕੇ ਨਾਲ, ਇਸ ਕਦਰ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਜਕੜ ਹੋ ਗਏ ਹਾਂ ਕਿ ਅੱਜ ਜੇਕਰ ਕੋਈ ਪ੍ਰਚਾਰਕ, ਜੇਕਰ ਕੋਈ ਸਾਡੇ ਵਰਗਾ ਇਨਸਾਨ ਇਹਨਾਂ ਚੀਜ਼ਾਂ ਦੀ ਸੱਚਾਈ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੂੰ ਮਾੜਾ ਚੰਗਾ ਕਿਹਾ ਜਾਂਦਾ ਹੈ, ਉਹਨਾਂ ਨੂੰ ਗਾਲੀ ਗਲੋਚ ਵੀ ਦਿੱਤਾ ਜਾਂਦਾ ਹੈ ਕਿ ਇਹ ਤਾਂ ਪਹਿਲਾਂ ਤੋਂ ਰੀਤਾਂ ਚੱਲੀਆਂ ਆ ਰਹੀਆਂ ਨੇ, ਤੁਸੀਂ ਨਵੇਂ ਉੱਠ ਖੜ੍ਹੇ ਹੋ, ਤੁਸੀਂ ਨਵੀਆਂ ਗੱਲਾਂ ਕਰ ਰਹੇ ਹੋ। ਦੇਖੋ, ਨਵੇਂ ਉੱਠ ਖੜ੍ਹੇ ਹੋ ਜਾਂ ਨਵੀਆਂ ਗੱਲਾਂ ਕਰ ਰਹੇ ਹੋ, ਇਹ ਚੀਜ਼ ਦਾ ਮਤਲਬ ਨਹੀਂ। ਗੱਲ ਇਹ ਹੈ ਕਿ ਗੱਲ ਦੀ ਸੱਚਾਈ ਤੁਹਾਨੂੰ ਕਦੋਂ ਪਤਾ ਲੱਗੀ। ਜੇਕਰ ਤੁਸੀਂ ਵਿਚਾਰਿਆ ਨਹੀਂ, ਜੇਕਰ ਅੱਜ ਤੱਕ ਆਪਾਂ ਇਸ ਚੀਜ਼ ਦੀ ਪੜਚੋਲ ਨਹੀਂ ਕੀਤੀ ਕਿ ਇਹ ਨਾਰੀਅਲ ਚੱਲਿਆ ਕਿੱਥੋਂ ਹੈ, ਅਸੀਂ ਜਿੱਦਾਂ ਸਾਨੂੰ ਸੁਣਨ ਨੂੰ ਮਿਲਦਾ ਸੀ, ਜਿੱਦਾਂ ਸਾਨੂੰ ਸੁਣਾਇਆ ਜਾਂਦਾ ਸੀ, ਅਸੀਂ ਉਹ ਮੰਨਦੇ ਆ ਰਹੇ ਹਾਂ। ਪਰ ਕਿਸੇ ਨੇ ਕਿਤਾਬ ਖੋਲ੍ਹ ਕੇ ਦੇਖੀ ਨਹੀਂ, ਕਿਸੇ ਨੇ ਨਾਰੀਅਲ ਦਾ ਪਿਛੋਕੜ ਨਹੀਂ ਦੇਖਿਆ ਕਿ ਨਾਰੀਅਲ ਇਹ ਚੱਲਿਆ ਕਿੱਥੋਂ ਹੈ, ਇਹਦੀ ਕੀ ਮਹਾਨਤਾ ਹੈ, ਹਿੰਦੂ ਧਰਮ ਵਿੱਚ ਇਸ ਨੂੰ ਕਿਉਂ ਇੰਨੀ ਮਹਾਨਤਾ ਦਿੱਤੀ ਜਾਂਦੀ ਹੈ
ਇਹ ਚੀਜ਼ਾਂ ਨੂੰ ਦੇਖਿਆ ਨਹੀਂ, ਸੁਣਿਆ ਨਹੀਂ, ਆਪਾਂ ਦੇਖੋ ਦੇਖੀਏ ਰਸਮਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਜੇ ਨਾਰੀਅਲ ਨੂੰ ਆਪਾਂ ਦੇਖੀਏ, ਨਾਰੀਅਲ ਇੱਕ ਖਾਣ ਵਾਲਾ ਫਲ ਹੈ, ਬੜਾ ਇੱਕ ਗੁਣਕਾਰੀ ਫਲ ਹੈ। ਇਹ ਕਈਆਂ ਚੀਜ਼ਾਂ ਦੇ ਲਈ, ਕਈ ਸਾਡੇ ਜਿਸ ਤਰ੍ਹਾਂ ਇਸ ਦਾ ਤੇਲ, ਉਹਦੇ ਨਾਲ ਵਾਲ ਛੇਤੀ ਚਿੱਟੇ ਨਹੀਂ ਹੁੰਦੇ, ਵਿਟਾਮਿਨ ਡੀ ਹੁੰਦਾ ਇਸ ਵਿੱਚ, ਤਾਂ ਚਮੜੀ ਦੇ ਰੋਗ ਕਈ ਠੀਕ ਇਸ ਦੇ ਨਾਲ ਹੋ ਜਾਂਦੇ ਨੇ ਮਸਾਜ ਕਰਨ ਦੇ ਨਾਲ। ਅਤੇ ਜਿਹੜਾ ਨਾਰੀਅਲ ਰੱਖਣ ਦਾ ਜ਼ਿਕਰ ਹੈ ਨਾ, ਜਿਹੜਾ ਨਾਰੀਅਲ ਰੱਖਣ ਦਾ ਜ਼ਿਕਰ ਆਉਂਦਾ ਹੈ, ਇਹ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ 250 ਸਦੀਆਂ ਬਾਅਦ, ਕਰੀਬ 250 ਸਦੀ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਜਾ ਕੇ ਗਾਹਾਂ ਲਿਖਤਾਂ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ। ਪਰ ਗੁਰੂ ਮਹਾਰਾਜ ਦੇ ਟਾਈਮ ਇਹੋ ਜਿਹਾ ਕੋਈ ਜ਼ਿਕਰ ਨਹੀਂ ਆਉਂਦਾ ਨਾਰੀਅਲ ਰੱਖਣ ਦਾ। ਇਹ ਗੱਲਾਂ ਸਿਰਫ ਸਾਡੇ ਵਿੱਚ ਮਿਲਾਵਟ ਕਰਕੇ ਪ੍ਰਚਲਿਤ ਕੀਤੀਆਂ। ਕਿਉਂ? ਕਿਉਂਕਿ ਇਹ ਵਿਪਰ ਦੀ ਇਹ ਖਾਸੀਅਤ ਹੈ ਕਿ ਉਹ ਆਪਣੇ ਪੈਰ ਹਰ ਇੱਕ ਚੀਜ਼ ਵਿੱਚ ਪਸਾਰਨੇ ਜਾਣਦਾ ਹੈ। ਉਹ ਆਪਣੇ ਰੀਤੀ ਰਿਵਾਜ਼ ਹਰ ਇੱਕ ਧਰਮ ਦੇ ਲੋਕਾਂ ਤੋਂ ਕਰਾਉਣੇ ਜਾਣਦਾ ਹੈ। ਮੈਂ ਪਹਿਲਾਂ ਵੀ ਕਈ ਵਾਰੀ ਵੀਡੀਓ ਵਿੱਚ ਇਹ ਗੱਲ ਕਲੀਅਰ ਕੀਤੀ ਹੈ ਕਿ ਜਿਹੜਾ ਸਾਡਾ ਇਤਿਹਾਸ ਹੈ ਨਾ, ਚਾਹੇ ਉਹ ਸਿੱਖ ਇਤਿਹਾਸ ਹੈ, ਚਾਹੇ ਉਹ ਸਤਿਗੁਰ ਰਵਿਦਾਸ, ਸਤਿਗੁਰ ਕਬੀਰ ਜੀ ਮਹਾਰਾਜ ਦਾ ਲਿਖਿਆ ਹੋਇਆ ਇਤਿਹਾਸ ਹੈ, ਇਹ ਸਾਰਾ ਇਤਿਹਾਸ ਬ੍ਰਾਹਮਣਵਾਦ ਦੀ ਕਲਮ 'ਚੋਂ ਲਿਖਿਆ ਹੈ। ਜਿਹੜਾ ਇਹ ਨਾਰੀਅਲ ਰੱਖਣ ਦਾ ਜ਼ਿਕਰ ਹੈ, ਭਾਈ ਸੰਤੋਖ ਜੀ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ, ਉਹਦੇ ਵਿੱਚ ਇਹ ਨਾਰੀਅਲ ਰੱਖਣ ਦਾ ਉਹ ਜ਼ਿਕਰ ਕਰਦੇ ਨੇ। ਹੋਰ ਵੀ ਬਹੁਤ ਸਾਰੀਆਂ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਵਿੱਚ ਲਿਖੀਆਂ ਨੇ ਜਿਹਦੇ ਨਾਲ ਬਹੁਤ ਸਾਰੇ ਲੋਕ ਨਹੀਂ ਸਹਿਮਤ ਹੁੰਦੇ। ਗੁਰੂਆਂ ਦੇ ਪਰਥਾਏ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਉਸ ਗ੍ਰੰਥ ਵਿੱਚ ਲਿਖੀਆਂ ਨੇ। ਭਾਈ ਗੁਰਦਾਸ ਜੀ, ਜਾਂ ਭਾਈ ਗੁਰਦਾਸ ਤੋਂ ਵੀ ਪਿੱਛੇ ਦੀ ਗੱਲ ਕਰੀਏ, ਭੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ। ਭੱਟ ਸਾਹਿਬਾਨ ਵੀ ਕਿਤੇ ਜਦੋਂ ਉਹ ਗੁਰਤਾ ਗੱਦੀ ਦੀ ਗੱਲ ਕਰਦੇ ਨੇ, ਗੁਰਤਾ ਗੱਦੀ ਦਿੱਤੀ ਮਹਾਰਾਜ ਨੇ ਪਹਿਲੇ ਪਾਤਸ਼ਾਹ ਨੇ ਦੂਜੇ ਨੂੰ, ਦੂਜੇ ਨੇ ਤੀਜੇ ਨੂੰ, ਜਦੋਂ ਜ਼ਿਕਰ ਕਰਦੇ ਨੇ ਤਾਂ ਉਹ ਕਿਤੇ ਵੀ ਇਹੋ ਜਿਹਾ ਨਾਰੀਅਲ ਦਾ ਜਾਂ ਪੈਸੇ ਦਾ ਜ਼ਿਕਰ ਨਹੀਂ ਕਰਦੇ ਭੱਟ ਸਾਹਿਬਾਨ ਵੀ। ਅਤੇ ਫਿਰ ਇਹ ਗੱਲਾਂ ਸਾਡੇ ਵਿੱਚ ਆਈਆਂ ਕਿੱਥੋਂ? ਉਹੀ ਜਵਾਬ ਫਿਰ ਆ ਜਾਂਦਾ ਹੈ ਕਿ ਇਹ ਮਿਲਾਵਟ ਕੀਤੀ ਗਈ। ਹੁਣ ਨਾਰੀਅਲ ਦੀ ਮਹਾਨਤਾ ਹਿੰਦੂ ਧਰਮ ਵਿੱਚ ਕਿਉਂ ਹੈ, ਇਹਦੇ 'ਤੇ ਵੀ ਆਪਾਂ ਥੋੜ੍ਹੀ ਜਿਹੀ ਵਿਚਾਰ ਕਰੀਏ। ਜਿਹੜੇ ਸ਼ਿਵ ਜੀ ਨੂੰ ਮੰਨਦੇ ਨੇ, ਸ਼ਿਵ ਜੀ ਨੂੰ ਮੰਨਣ ਵਾਲਿਆਂ ਦੀ ਇਹ ਮਨੌਤ ਹੈ, ਜਿਹੜਾ ਇਹ ਨਾਰੀਅਲ ਹੈ ਇਹ ਸ਼ਿਵ ਜੀ ਦਾ ਵਰਦਾਨ ਹੈ। ਕਿਉਂਕਿ ਕਹਿੰਦੇ ਨੇ ਕਿ ਇਸ ਦੀਆਂ 3 ਅੱਖਾਂ ਨੇ। ਆਪਾਂ ਦੇਖਦੇ ਨਾ ਨਾਰੀਅਲ ਦੇ ਉੱਤੇ 3 ਨਿਸ਼ਾਨ ਹੁੰਦੇ ਨੇ। ਕਹਿੰਦੇ ਨੇ ਕਿ ਜਿਸ ਤਰ੍ਹਾਂ ਸ਼ਿਵ ਜੀ ਦੀਆਂ 3 ਅੱਖਾਂ ਨੇ, ਤਾਂ ਇਸੇ ਤਰ੍ਹਾਂ ਇਹ ਨਾਰੀਅਲ ਦੀਆਂ ਵੀ 3 ਅੱਖਾਂ ਨੇ, ਇਸ ਲਈ ਇਹ ਸ਼ਿਵ ਜੀ ਦਾ ਵਰਦਾਨ ਹੈ। ਅਤੇ ਦੂਸਰਾ ਯਜੁਰਵੇਦ, 4 ਵੇਦਾਂ ਦੇ ਵਿੱਚ ਜੋ ਯਜੁਰਵੇਦ ਹੈ, ਉਹਦੇ ਵਿੱਚ ਇੱਕ ਬਲੀ ਪ੍ਰਥਾ ਹੈ ਕਿ ਕਿਸੇ ਖਾਸ ਦੇਵੀ ਦੇਵਤੇ ਨੂੰ ਖੁਸ਼ ਕਰਨਾ ਹੈ ਅਤੇ ਬਲੀ ਦਿੱਤੀ ਜਾਵੇ। ਇਨਸਾਨਾਂ ਦੀ ਬਲੀ ਤੱਕ ਵੀ ਦਿੱਤੀ ਜਾਂਦੀ ਸੀ। ਦੂਰ ਕਿਉਂ ਜਾਣਾ, ਪਿੱਛੇ ਜਿਹੇ ਭਾਰਤ ਵਿੱਚ ਇੱਕ ਲੜਕੀ ਦੀ ਬਲੀ ਦਿੱਤੀ ਜਾਂਦੀ ਹੈ ਕਿਸੇ ਦੇਵੀ ਨੂੰ ਖੁਸ਼ ਕਰਨ ਦੇ ਲਈ। ਇਸ ਤਰ੍ਹਾਂ ਦੀਆਂ ਯਜੁਰਵੇਦ ਦੇ ਵਿੱਚ ਬਲੀ ਪ੍ਰਥਾ ਇੱਕ ਚੱਲੀ ਆ ਰਹੀ ਸੀ। ਅਤੇ ਪਰ ਜਦੋਂ ਸ਼ੰਕਰਾਚਾਰੀਆ, ਆਦਿ ਸ਼ੰਕਰਾਚਾਰੀਆ, ਜਦੋਂ ਸ਼ੰਕਰਾਚਾਰੀਆ ਨੇ ਦੇਖਿਆ ਕਿ ਬਲੀ ਪ੍ਰਥਾ ਇਹ ਠੀਕ ਨਹੀਂ ਹੈ, ਜਾਂ ਦੇਖਦੇ ਹਾਂ ਕਿ ਜੋ ਇੱਕ ਕਾਲੀ ਮਾਤਾ ਦਾ ਸਰੂਪ ਬਣਾਇਆ ਜਾਂਦਾ ਹੈ, ਉਹਦੇ ਗਲ ਦੇ ਵਿੱਚ ਵੀ ਸਿਰਾਂ ਦੀ ਮਾਲਾ ਪਾਈ ਹੁੰਦੀ ਹੈ ਅਤੇ ਹੱਥ ਦੇ ਵਿੱਚ ਖੱਪਰ ਵਿੱਚ ਖੂਨ ਹੁੰਦਾ ਅਤੇ ਜੀਭ ਵੀ ਬਾਹਰ ਨਿਕਲੀ ਹੁੰਦੀ ਹੈ, ਭਾਵ ਕਿ ਇਹ ਇਨਸਾਨ ਦੇ ਖੂਨ ਦੀ ਪਿਆਸੀ ਹੈ। ਇਹਨੂੰ ਖੁਸ਼ ਕਰਨ ਦੇ ਲਈ ਕਾਲੀ ਮਾਂ ਨੂੰ ਇਨਸਾਨ ਦੀ ਜਾਂ ਕਿਸੇ ਵੀ ਜੀਵ ਜੰਤੂ ਦੀ ਬਲੀ ਦੇਣੀ ਜ਼ਰੂਰੀ ਹੈ। ਇਸ ਤੋਂ ਰਿੱਧੀਆਂ ਸਿੱਧੀਆਂ ਲੈਣ ਦੇ ਲਈ, ਇਸ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਬਲੀ ਦੇਣੀ ਜ਼ਰੂਰੀ ਹੈ। ਇਸ ਤਰ੍ਹਾਂ ਦੀ ਮਨੌਤ ਚੱਲੀ ਆ ਰਹੀ ਸੀ। ਅਤੇ ਸ਼ੰਕਰਾਚਾਰੀਆ ਨੇ ਦੇਖਿਆ ਕਿ ਇਹ ਮਨੌਤ ਸਹੀ ਨਹੀਂ ਹੈ, ਅਤੇ ਉਹਨੇ ਇਹ ਸੋਚਿਆ ਕਿ ਇਹ ਇੱਕ ਵਹਿਮ ਹੈ, ਇੱਕ ਭਰਮ ਹੈ, ਅਤੇ ਵਹਿਮ ਦੇ ਨਾਲ ਹੀ ਕੱਟਿਆ ਜਾ ਸਕਦਾ ਹੈ। ਅਤੇ ਫਿਰ ਸ਼ੰਕਰਾਚਾਰੀਆ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਜੇ ਤੁਸੀਂ ਬਲੀ ਦੇਣੀ ਹੀ ਹੈ ਤਾਂ ਤੁਹਾਨੂੰ ਕਿਸੇ ਮਨੁੱਖ ਦੀ ਬਲੀ ਦੇਣ ਦੀ ਲੋੜ ਨਹੀਂ ਹੈ। ਜਿਹੜਾ ਨਾਰੀਅਲ ਹੈ ਇਹ ਮਨੁੱਖ ਦੀ ਖੋਪੜੀ ਦਾ ਹੀ ਪ੍ਰਤੀਕ ਹੈ। ਖੋਪੜੀ ਹੈ ਜੋ ਇਨਸਾਨ ਦਾ ਫੇਸ ਹੈ, ਇਹ ਉਸ ਦਾ ਹੀ ਪ੍ਰਤੀਕ ਹੈ। ਅਤੇ ਤੁਸੀਂ ਨਾਰੀਅਲ ਭੰਨ ਦਿਓ ਤਾਂ ਸਮਝੋ ਤੁਸੀਂ ਇਨਸਾਨ ਦੀ ਬਲੀ ਦੇ ਦਿੱਤੀ। ਨਾਰੀਅਲ ਦੀ ਇੱਕ ਹੋਰ ਮਹਾਨਤਾ ਹੈ, ਕਹਿੰਦੇ ਨੇ ਕਿ ਰਾਜਾ, ਹਿੰਦੂ ਧਰਮ ਵਿੱਚ ਇੱਕ ਰਾਜਾ ਹੋਏ ਨੇ ਸਤਿਆਵਰਤ ਰਾਜਾ। ਹਿੰਦੂ ਵੀਰ ਮੰਨਦੇ ਨੇ ਜਾਂ ਬ੍ਰਾਹਮਣ ਵੀਰ ਮੰਨਦੇ ਨੇ ਕਿ ਇਹ ਸਤਿਆਵਰਤ ਰਾਜੇ ਦਾ ਸਰੂਪ ਹੈ, ਇਹ ਉਹਦਾ ਰੂਪ ਹੈ।
ਸਤਿਆਵਰਤ ਰਾਜਾ ਇੱਕ ਬਹੁਤ ਹੀ ਕਹਿੰਦੇ ਨੇ ਕਿ ਚੰਗਾ ਰਾਜਾ ਸੀ, ਬਹੁਤ ਹੀ ਦਿਆਲੂ ਰਾਜਾ ਸੀ। ਅਤੇ ਇਹ ਜਿਹੜਾ ਨਾਰੀਅਲ ਹੈ ਇਹ ਉਹਦਾ ਸਰੂਪ ਹੈ, ਉਹਦਾ ਰੂਪ ਹੈ। ਅਤੇ ਜੇਕਰ ਤੁਸੀਂ ਨਾਰੀਅਲ ਨੂੰ ਘਰ ਦੇ ਵਿੱਚ ਦਾਣੇ, ਜਿਸ ਤਰ੍ਹਾਂ ਕੁੰਭ ਰੱਖਦੇ ਨੇ ਕਿ ਦਾਣੇ ਪਾ ਕੇ ਉਹਦੇ ਵਿੱਚ ਨਾਰੀਅਲ ਰੱਖ ਦਿੱਤਾ ਜਾਂਦਾ ਹੈ, ਕਹਿੰਦੇ ਨੇ ਕਿ ਜਿਸ ਤਰ੍ਹਾਂ ਜੇਕਰ ਇਸ ਤਰ੍ਹਾਂ ਇਹਨੂੰ ਘਰ ਵਿੱਚ ਰੱਖੋਗੇ ਤਾਂ ਤੁਹਾਡੇ ਘਰ ਵਿੱਚ ਅਨਾਜ ਦੀ ਕਮੀ ਨਹੀਂ ਆਵੇਗੀ। ਇਸ ਤਰ੍ਹਾਂ ਦੀਆਂ ਕੁਝ ਮਨੌਤਾਂ ਹਿੰਦੂ ਧਰਮ ਦੀਆਂ ਨੇ ਨਾਰੀਅਲ ਪ੍ਰਤੀ, ਪਰ ਇਹ ਹਿੰਦੂ ਧਰਮ ਦੀਆਂ ਨੇ। ਪਰ ਇਹ ਸਾਡੇ ਵਿੱਚ ਕਿਸ ਤਰ੍ਹਾਂ ਆਈਆਂ ਅਤੇ ਅੱਜ ਤੱਕ ਵੀ ਚੱਲੀਆਂ ਆ ਰਹੀਆਂ ਨੇ, ਅਸੀਂ ਕਦੇ ਇਸ 'ਤੇ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਂਕਿ ਆਮ ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ ਜਿਹੜੀਆਂ ਚੀਜ਼ਾਂ ਸਾਡੇ ਬਲੱਡ ਵਿੱਚ, ਜੇ ਕੋਈ ਚੀਜ਼ ਸਾਡੇ ਬਲੱਡ ਵਿੱਚ ਰਚ ਜਾਂਦੀ ਹੈ ਨਾ, ਉਹਨੂੰ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ, ਬਹੁਤ ਜ਼ਿਆਦਾ ਮੁਸ਼ਕਿਲ, ਬਲੱਡ ਵਿੱਚ ਰਚੀ ਹੋਈ ਚੀਜ਼ ਨੂੰ। ਅਤੇ ਜਿਹੜਾ ਬ੍ਰਾਹਮਣਵਾਦ ਹੈ ਨਾ, ਇਹ ਮੂਰਤੀਵਾਦ ਹੈ, ਚਾਹੇ ਆ ਨਾਰੀਅਲ ਰੱਖਣੇ, ਇਹ ਸਾਰੀਆਂ ਜਿਹੜਾ ਬ੍ਰਾਹਮਣਵਾਦ ਹੈ ਸਾਡੇ ਬਲੱਡ ਵਿੱਚ ਰਚ ਚੁੱਕਾ ਹੈ। ਇਹਨਾਂ ਚੀਜ਼ਾਂ ਤੋਂ ਬਿਨਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜੇਕਰ ਅਸੀਂ ਇਹ ਚੀਜ਼ਾਂ ਨਾ ਰੱਖੀਆਂ, ਸਾਡਾ ਕੀਤਾ ਹੋਇਆ ਪਾਠ, ਸਾਡੀ ਪੜ੍ਹੀ ਹੋਈ ਬਾਣੀ ਪ੍ਰਵਾਣੇ ਨਹੀਂ ਹੋਣੀ। ਇਸ ਤਰ੍ਹਾਂ ਦੀਆਂ ਸਾਡੀਆਂ ਮਨੌਤਾਂ ਨੇ, ਕਿਉਂਕਿ ਸਾਨੂੰ ਵਹਿਮ ਹੀ ਇੰਨਾ ਪਾ ਦਿੱਤਾ ਗਿਆ ਹੈ, ਸਾਨੂੰ ਭਰਮ ਹੀ ਇੰਨਾ ਪਾ ਦਿੱਤਾ ਗਿਆ ਹੈ। ਤੀਸਰਾ ਇੱਕ ਹੋਰ ਹੈ, ਕੋਈ ਨਵੀਂ ਦੁਕਾਨ ਖੋਲ੍ਹਦੇ ਨੇ, ਕੋਈ ਕਾਰ ਲੈਂਦੇ ਨੇ, ਬਹੁਤ ਸਾਰੀਆਂ ਰਸਮਾਂ ਦੇ ਵਿੱਚ ਉਹ ਨਾਰੀਅਲ ਪਹਿਲਾਂ ਪਾਉਂਦੇ ਨੇ, ਬੂਹੇ ਦੇ ਉੱਤੇ ਨਾਰੀਅਲ ਪਾਉਂਦੇ ਨੇ ਜਾਂ ਗੱਡੀ ਦੇ ਅੱਗੇ ਨਾਰੀਅਲ ਪਾਉਂਦੇ ਨੇ। ਉਹ ਕਿਉਂ ਪਾਉਂਦੇ ਨੇ? ਕਿਉਂਕਿ ਨਾਰੀਅਲ ਨੂੰ ਮੰਨਿਆ ਜਾਂਦਾ ਹੈ ਹਿੰਦੂ ਧਰਮ ਵਿੱਚ ਕਿ ਇਨਸਾਨ ਦੀ ਖੋਪੜੀ ਦਾ ਪ੍ਰਤੀਕ ਹੈ। ਅਤੇ ਜਦੋਂ ਉਹ ਨਾਰੀਅਲ ਪਾਉਂਦੇ ਨੇ ਤਾਂ ਉਹਨਾਂ ਦੀ ਇਹ ਮਨੌਤ ਹੁੰਦੀ ਹੈ ਕਿ ਅਸੀਂ ਭਾਵ ਆਪਣਾ ਜੋ ਆਪਣੀ ਹਉਮੈ ਹੈ, ਜੋ ਆਪਾ ਭਾਵ ਹੈ, ਜੋ ਆਪਣੀ ਇੱਕ ਸੋਚ ਹੈ, ਉਹ ਖਤਮ ਕਰ ਦਿੱਤੀ। ਇਹ ਮੰਨ ਲਿਆ ਕਿ ਇਹ ਭਗਵਾਨ, ਇਹ ਸਾਰਾ ਤੁਸੀਂ ਦਿੱਤਾ ਹੈ, ਸਾਡੀ ਹਉਮੈ ਖਤਮ ਹੈ, ਸਾਡਾ ਆਪਾ ਭਾਵ ਖਤਮ ਹੈ, ਭਾਵ ਅਸੀਂ ਆਪਣੀ ਖੋਪੜ ਨਸ਼ਟ ਕਰ ਦਿੱਤੀ, ਆਪਣੀ ਸੋਚ ਨਸ਼ਟ ਕਰ ਦਿੱਤੀ, ਆਪਣੀ ਸੋਚ ਤੈਨੂੰ ਸਮਰਪਿਤ ਕਰ ਦਿੱਤੀ। ਇਸ ਤਰ੍ਹਾਂ ਇਹਨੂੰ ਸ਼ੁਭ ਮੰਨਿਆ ਜਾਂਦਾ ਹੈ। ਅਸਲ ਵਿੱਚ ਇਹਦੇ ਪਿੱਛੇ ਮਕਸਦ ਇਹੀ ਸੀ। ਪਰ ਇਹ ਚੀਜ਼ਾਂ ਸਾਡੇ ਵਿੱਚ ਬਹੁਤ ਬੁਰੀ ਤਰ੍ਹਾਂ ਵੜ ਚੁੱਕੀਆਂ ਨੇ ਅਤੇ ਇਹਨਾਂ ਨੂੰ ਕੱਢਣਾ ਬਹੁਤ ਮੁਸ਼ਕਿਲ ਹੈ। ਖਾਸ ਕਰਕੇ ਸਾਡੇ ਸਮਾਜ ਵਿੱਚੋਂ ਤਾਂ ਇਹ ਚੀਜ਼ਾਂ ਨਿਕਲਣੀਆਂ ਬਹੁਤ ਜ਼ਿਆਦਾ ਮੁਸ਼ਕਿਲ ਨੇ, ਜਿਹੜੇ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਆਪਣਾ ਇਸ਼ਟ ਮੰਨਦੇ ਨੇ। ਕਿਉਂਕਿ ਸਾਡੇ ਤਾਂ ਮੈਂ ਦੇਖਿਆ ਜੋ ਸਾਡੇ ਡੇਰੇਦਾਰ ਨੇ, ਜੋ ਸਾਡੇ ਸੰਤ ਮਹਾਂਪੁਰਖ ਨੇ, ਉਹਨਾਂ ਦੇ ਡੇਰਿਆਂ ਵਿੱਚ ਇਹ ਚੀਜ਼ਾਂ ਬਹੁਤ ਚੱਲ ਰਹੀਆਂ ਨੇ। ਉਹ ਤਾਂ ਆਪਣਾ ਕੋਈ ਰੀਤੀ ਰਿਵਾਜ ਇਹਨਾਂ ਚੀਜ਼ਾਂ ਤੋਂ ਬਿਨਾਂ ਕਰ ਹੀ ਨਹੀਂ ਸਕਦੇ। ਜੋਤਾਂ ਜਗਾ ਕੇ ਆਰਤੀਆਂ ਕਰਨੀਆਂ, ਆਰਤੀਆਂ ਘੁਮਾਉਣੀਆਂ, ਗੁਰੂ ਮਹਾਰਾਜ ਦੇ ਸਰੂਪ ਦੇ ਅੱਗੇ ਆਰਤੀ ਉਤਾਰਨੀ ਉਹਨਾਂ ਦੀ, ਜਾਂ ਇਸ ਤਰ੍ਹਾਂ ਲਾਲ ਕੱਪੜੇ ਵਿੱਚ ਲਪੇਟ ਕੇ ਨਾਰੀਅਲ ਰੱਖਣੇ, ਇਹ ਤਾਂ ਆਮ ਉਹਨਾਂ ਦੇ ਵਿੱਚ ਵੀ ਪ੍ਰਚਲਿਤ ਹੈ। ਅਤੇ ਫਿਰ ਅਸੀਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹਾਂ ਕਿ ਜਿਹੜੀ ਸੰਗਤ ਹੈ ਉਹਨਾਂ ਦੇ ਮਨਾਂ 'ਚੋਂ ਇਹ ਚੀਜ਼ਾਂ ਨਿਕਲ ਜਾਣਗੀਆਂ। ਸੋ ਤੁਸੀਂ ਹੁਣ ਫੈਸਲਾ ਤੁਸੀਂ ਆਪ ਕਰ ਲੈਣਾ ਕਿ ਆਪਾਂ ਨੂੰ ਇਹ ਚੀਜ਼ਾਂ ਰੱਖਣੀਆਂ ਚਾਹੀਦੀਆਂ ਨੇ ਜਾਂ ਨਹੀਂ। ਸੋ ਇੱਥੇ ਹੀ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ ਹਾਂ। ਸਤਿ ਸ਼੍ਰੀ ਅਕਾਲ।